ਵਾਹਿਗੁਰੂ जी का खालसा वाहिगुरू जी की फतेह। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗਰਮੀਆਂ ਦੇ ਦਿਨ ਸਨ। ਇੱਕ ਮਹਾਂਪੁਰਖ ਨਿੰਮ ਦੀ ਛਾਂ ਹੇਠਾਂ ਬੈਠੇ ਆਪਣੀ ਮੌਜ ਵਿੱਚ ਹੀ ਸਿਮਰਨ ਕਰ ਰਹੇ ਸਨ। ਦੋ ਤਿੰਨ ਪ੍ਰੇਮੀ ਗੱਲਾਂ ਕਰਦੇ ਕਰਦੇ ਮਹਾਂਪੁਰਖ ਜੀ ਕੋਲ ਆ ਗਏ। ਉਹਨਾਂ ਫਤਿਹ ਬੁਲਾਈ ਤੇ ਮਹਾਂਪੁਰਖ ਜੀ ਕੋਲ ਬੈਠ ਗਏ। ਮਹਾਂਪੁਰਖਾਂ ਨੇ ਉਹਨਾਂ ਨੂੰ ਜਲ ਪਾਣੀ ਦੀ ਸੇਵਾ ਲਈ ਕਿਹਾ ਅਤੇ ਆਉਣ ਦਾ ਕਾਰਨ ਪੁੱਛਿਆ। ਉਹਨਾਂ ਨੇ ਅੱਗੋਂ ਉੱਤਰ ਦਿੱਤਾ ਕਿ ਅਸੀਂ ਅਗਲੇ ਪਿੰਡ ਜਾ ਰਹੇ ਸੀ। ਆਪ ਜੀ ਨੂੰ ਬੈਠੇ ਦੇਖ ਵਿਚਾਰ ਕੀਤੀ ਕਿ ਕੁਝ ਸਮਾਂ ਇੱਥੇ ਆਰਾਮ ਕਰ ਲਈਏ ਤੇ ਕੁਝ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਏ। ਉਹਨਾਂ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਾਂਪੁਰਖ ਜੀ ਕੁਝ ਸਮੇਂ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ ਅਤੇ ਹੰਗਾਰੇ ਭਰਦੇ ਰਹੇ। ਪਰ ਮਹਾਂਪੁਰਖਾਂ ਨੇ ਦੇਖਿਆ ਕਿ ਇਹ ਤਾਂ ਪਾਣੀ ਰਿੜਕ ਰਹੇ ਹਨ ਤੇ ਹਜੇ ਖਹਿੜਾ ਛੱਡਣ ਦੇ ਰਾਹ ਵਿੱਚ ਨਹੀਂ। ਤੇ ਮਹਾਂਪੁਰਖ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਤਾਂ ਉਹਨਾਂ ਵਿੱਚ ਇੱਕ ਬੋਲਿਆ ਕਿ ਮਹਾਂਪੁਰਖ ਜੀ, ਅਸੀਂ ਤਾਂ ਤੁਹਾਡੇ ਕੋਲ ਗੱਲਾਂ ਬਾਤਾਂ ਲਈ ਆਏ ਹਾਂ, ਤੁਸੀਂ ਪਾਠ ਸ਼ੁਰੂ ਕਰ ਦਿੱਤਾ ਹੈ, ਸੋ ਪਤਾ ਨਹੀਂ ਪਾਠ ਕਦੋਂ ਮੁੱਕਣਾ ਹੈ, ਤੁਸੀਂ ਸਾਨੂੰ ਇਜਾਜ਼ਤ ਦਿਓ। ਮਹਾਂਪੁਰਖਾਂ ਨੇ ਸਿਰ ਨੀਵਾਂ ਕੇ ਉਹਨਾਂ ਨੂੰ ਇਜਾਜ਼ਤ ਦਿੱਤੀ ਤੇ ਪਾਠ ਕਰਦੇ ਰਹੇ। ਮਹਾਂਪੁਰਖਾਂ ਦਾ ਰੋਜ਼ ਹੀ ਐਵੇਂ ਦਾ ਮਨੁੱਖਾਂ ਨਾਲ ਵਾਹ ਪੈਂਦਾ ਰਹਿੰਦਾ ਸੀ। ਜਦੋਂ ਉਹਨਾਂ ਨੇ ਦੇਖਣਾ ਕਿ ਇਹ ਬੰਦੇ ਐਵੇਂ ਫਾਲਤੂ ਗੱਲਾਂ ਕਰਕੇ ਆਪਣਾ ਵੀ ਸਮਾਂ ਵਿਅਰਥ ਗਵਾ ਰਹੇ ਹਨ ਤੇ ਨਾਲ ਹੀ ਸਾਨੂੰ ਵੀ ਭਾਈਵਾਲ ਬਣਾ ਰਹੇ ਹਨ, ਸਾਡਾ ਵੀ ਸਮਾਂ ਖਰਾਬ ਕਰ ਰਹੇ ਹਨ, ਤਾਂ ਮਹਾਂਪੁਰਖਾਂ ਨੇ ਉਹਨਾਂ ਨੂੰ ਕਹਿਣਾ ਕਿ ਚਲੋ ਬਾਣੀ ਦਾ ਪਾਠ ਕਰ ਲੈਂਦੇ ਹਾਂ ਤੇ ਤੁਸੀਂ ਸੁਣਨ ਦੀ ਕਿਰਪਾ ਕਰਨਾ। ਬਹੁਤੀ ਵਾਰ ਇੱਦਾਂ ਹੋਇਆ ਕਿ ਗੱਲਾਂ ਕਰਨ ਵਾਲੇ ਮਨੁੱਖਾਂ ਨੇ ਉੱਠ ਕੇ ਚਲੇ ਜਾਣਾ। ਕੋਈ ਵਿਰਲਾ ਹੀ ਭਾਗਾ ਵਾਲਾ ਹੀ ਗੁਰਬਾਣੀ ਦਾ ਪਾਠ ਸੁਣਨ ਲਈ ਬੈਠਦਾ। ਜੋ ਬੈਠਦਾ ਉਹ ਵੀ 2-4 ਅਸ਼ਟਪਦੀਆਂ ਸੁਣ ਕੇ ਚਲਾ ਜਾਂਦਾ। ਉਹ ਪ੍ਰੇਮੀ ਹਜੇ ਗਏ ਹੀ ਸਨ ਕਿ ਨਾਲ ਦੇ ਪਿੰਡ ਦਾ ਬੰਦਾ ਇੱਕ ਮਹਾਂਪੁਰਖ ਜੀ ਕੋਲ ਆਇਆ। ਮਹਾਂਪੁਰਖਾਂ ਨੂੰ ਫਤਿਹ ਬੁਲਾਈ ਤੇ ਪਾਠ ਸੁਣਨ ਲੱਗ ਪਿਆ। ਪਾਠ ਦੀ ਸਮਾਪਤੀ ਤੇ ਆਪ ਜੀ ਨੇ ਉਸ ਪ੍ਰੇਮੀ ਨੂੰ ਆਉਣ ਦਾ ਕਾਰਨ ਪੁੱਛਿਆ। ਉਸ ਪ੍ਰੇਮੀ ਨੇ ਕਿਹਾ, ਮਹਾਂਪੁਰਖੋ, ਤੁਹਾਨੂੰ ਤਾਂ ਸਭ ਪਤਾ ਹੈ, ਤੁਸੀਂ ਸਭ ਜਾਣੀ ਜਾਣ ਹੋ। ਆਪ ਜੀ ਨੂੰ ਪਤਾ ਹੀ ਹੈ ਕਿ ਬਾਰਿਸ਼ ਕਦੇ ਸਮੇਂ ਨਾਲ ਹੋ ਜਾਂਦੀ ਹੈ ਤੇ ਕਈ ਵਾਰ ਔੜ ਲੱਗ ਜਾਂਦੀ ਹੈ, ਜਿਸ ਕਰਕੇ ਫਸਲ ਨਹੀਂ ਹੁੰਦੀ। ਸਾਡੇ ਨਾਲ ਦੇ ਖੇਤਾਂ ਵਿੱਚ ਕਈਆਂ ਨੇ ਟਿਊਬਵੈੱਲ ਲਾ ਲਏ ਹਨ। ਉਹ ਆਪਣੀ ਮਰਜ਼ੀ ਨਾਲ ਜਦੋਂ ਚਾਹੁਣ ਪਾਣੀ ਲਾ ਲੈਂਦੇ ਹਨ। ਸੋ ਉਹਨਾਂ ਵੱਲ ਵੇਖ ਕੇ ਮੈਂ ਵੀ ਆਪਣੇ ਖੇਤ ਵਿੱਚ ਬੋਰ ਕਰਾਉਣਾ ਆਰੰਭ ਕਰ ਦਿੱਤਾ। ਤਕਰੀਬਨ ਦੂਰ ਦੂਰ ਤੱਕ 10-12 ਬੋਰ ਕਾਫੀ ਡੂੰਘਾਈ ਤੱਕ ਕੀਤੇ ਹਨ। ਪੱਤਣ ਵੀ ਠੀਕ ਆ ਜਾਂਦਾ ਹੈ। ਬੋਰ ਕਰਨ ਵਾਲੇ ਵੀ ਕਹਿੰਦੇ ਹਨ ਕਿ ਪੱਤਣ ਬਹੁਤ ਸੋਹਣਾ ਹੈ। ਬਾਕੀ ਸਾਰੇ ਬੋਰ ਇਸੇ ਪੱਤਣ ਤੋਂ ਚੱਲਦੇ ਹਨ। ਜਦੋਂ ਬੋਰ ਚਾਲੂ ਕਰੀਦਾ ਹੈ ਤਾਂ ਪਾਣੀ ਨਹੀਂ ਆਉਂਦਾ। ਖਰਚ ਵੀ ਬਹੁਤ ਹੋ ਚੁੱਕਿਆ ਹੈ। ਮੈਂ ਹੁਣ ਆਪ ਜੀ ਪਾਸ ਬੇਨਤੀ ਲੈ ਕੇ ਆਇਆ ਹਾਂ ਕਿ ਮੈਨੂੰ ਕੋਈ ਉਪਾਅ ਦੱਸੋ, ਜਿਸ ਕਰਕੇ ਮੈਨੂੰ ਟਿਊਬਵੈੱਲ ਲਾਉਣ ਵਿੱਚ ਸਫਲਤਾ ਪ੍ਰਾਪਤ ਹੋਵੇ ਤੇ ਪਾਣੀ ਮਿਲ ਜਾਵੇ। ਮਹਾਂਪੁਰਖ ਜੀ ਕਹਿਣ ਲੱਗੇ, ਤੁਸੀਂ ਗਰਮੀ ਵਿੱਚ ਆਏ ਹੋ, ਕੁਝ ਜਲ ਪਾਣੀ ਛਕ ਲਵੋ। ਜਲ ਪਾਣੀ ਛਕ ਕੇ ਉਹ ਪ੍ਰੇਮੀ ਫਿਰ ਮਹਾਂਪੁਰਖ ਕੋਲ ਆ ਬੈਠਾ। ਮਹਾਂਪੁਰਖਾਂ ਨੇ ਕਿਹਾ ਕਿ ਭਾਈ ਸਾਹਿਬ, ਤੁਸੀਂ ਕਿਸੇ ਗਰੀਬ ਦੇ ਪੈਸੇ ਦੇਣੇ ਹਨ, ਜੋ ਨਹੀਂ ਦਿੱਤੇ। ਤੁਸੀਂ ਦੇ ਵੀ ਸਕਦੇ ਹੋ, ਪਰ ਤੁਸੀਂ ਉਸ ਦੇ ਪੈਸੇ ਦਬਾਏ ਹੋਏ ਹਨ। ਉਸ ਗਰੀਬ ਦੀ ਹਾਏ ਤੁਹਾਡੇ ਬੋਰ ਵਿੱਚ ਅੜਚਨ ਬਣ ਰਹੀ ਹੈ। ਮਹਾਂਪੁਰਖਾਂ ਦੇ ਇਹ ਬਚਨ ਸੁਣ ਕੇ ਉਸ ਪ੍ਰੇਮੀ ਨੇ ਚਤਰਾਈ ਨਾਲ ਕਿਹਾ ਕਿ ਮਹਾਂਪੁਰਖੋ, ਮੈਂ ਤਾਂ ਕਿਸੇ ਦੇ ਪੈਸੇ ਨਹੀਂ ਮਾਰੇ ਤੇ ਨਾ ਹੀ ਕਿਸੇ ਦੇ ਦੇਣੇ ਹਨ। ਮਹਾਂਪੁਰਖ ਜੀ ਕਹਿਣ ਲੱਗੇ, ਜਰਾ ਧਿਆਨ ਨਾਲ ਸੋਚੋ, ਕਾਰਨ ਇਹੀ ਹੈ, ਜਿੰਨਾ ਚਿਰ ਤੁਸੀਂ ਉਸ ਗਰੀਬ ਦੇ ਪੈਸੇ ਦੇ ਕੇ ਨਿਕਲ ਰਹੀ ਹਾਏ ਨੂੰ ਬੰਦ ਨਹੀਂ ਕਰਦੇ, 10-12 ਤਾਂ ਕੀ ਭਾਵੇਂ ਸਾਰੇ ਖੇਤ ਵਿੱਚ ਬੋਰ ਕਰਾਈ ਜਾਓ, ਪਾਣੀ ਨਹੀਂ ਆਉਣਾ। ਗਰੀਬ ਦੀ ਹਾਏ ਬਹੁਤ ਦੂਰ ਤੱਕ ਅਸਰ ਕਰਦੀ ਹੈ। ਭਾਵੇਂ ਉਸ ਵਿੱਚ ਇਹ ਸਮਰੱਥਾ ਨਹੀਂ ਹੈ ਕਿ ਤੁਹਾਡੇ ਪਾਸਿਓਂ ਜ਼ੋਰ ਨਾਲ ਪੈਸੇ ਲੈ ਲਵੇ,
पर उस गरीब दे अंदरों हर वेले निकल रही बद असीस तुहाडे काम विच रुकावट बन रही है। जरा ध्यान नाल अपने अंदर झाती मारो। पानी ना आउण दा कारण यही है। उस प्रेमी नूं पता तां सी जदों महापुरख जी दे दुबारा दृढ़ता नाल भरे सच्चे बचन सरवण कीते ते अंदर जो असलीयत सी वो बाहर आ गई। उस प्रेमी ने कहा कि महापुरखो तुहाडा बचन सत है, मैं एक गरीब दे 300 रुपए देने हन। 2 साल हो गए हन। उसने मंगे भी कई बार हन, पर मैं उसनूं दिते नहीं। महापुरख ने जवाब दिता कि जे बोर विचों पानी लेना है तां पहलां उस गरीब दे जिन्ने पैसे देने हन उसनूं मूल नाल ब्याज भी दे के आओ, तां ही उसदी खुशी होएगी। पैसे देण तो बाद गुरु महाराज जी दे चरनां विच कड़ाह प्रसाद दी देग करवा के अपनी भुल दी माफ़ी लई अरदास करवाओ। पानी तुहानूं उसे बोर चों ही मिलूगा। उस प्रेमी दे मन विच पछतावा होना शुरू हो गया। महापुरख जी दे कीते हुए बचनां अनुसार उस प्रेमी ने पैसे कढ़े ते उस गरीब दे घर जाके उसनूं मूल नाल ब्याज भी दिता ते 50 रुपए होर भी दिते। पैसे वापस पा के उस गरीब दे मन विच कई असीसां निकल पईयां। भावें उसदे पैसे ही उसनूं मिले सन, पर अचानक मरी हुई रकम ब्याज समेत मिलन नाल उसदा अंदर खिड़ गया ते वो असीसां देंदा ना थक्या। अगले दिन उस प्रेमी ने घरों रस्त खड़ी गुरुद्वारा साहब आके प्रसाद बनवाया ते अरदास कीती कि उसदे वल्लों जो भुल होई है उस भुल नूं माफ़ करके आप जी पासों उसदी भुलां नूं बख्श देवो। मैनूं अनजान बच्चे नूं माफ़ करो। अरदास करन तो बाद वो प्रेमी सीधा खेतां विच गया। कारीगरां ने 2-4 बोकियां मार के चढ़ी हुई रेता कड्ढी ते बोर दा समान विच पाता। सारी तैयारी हो जाण तो बाद ट्यूबवैल चलाया गया ते बेअंत पानी आया। कारीगर भी सारे हैरान सन, पर विचली गल दा किसे नूं नहीं सी पता। इस घटना तो पता लगता है कि परमेश्वर हर प्राणी विच वसदा है। जदों आपां किसे दा मन जां आत्मा नूं ठेस पहुँचाउने हां तां वो जिथे साडे अंदर दे मन नूं दुखी करदी है ते नाल ही दुनियावी कंमां विच भी रुकावट बनदी है। वाहिगुरू जी का खालसा, वाहिगुरू जी की फतेह। जेकर तुहानूं यह वीडियो पसंद आई है लाइक अते शेयर जरूर करियो। जेकर तुसी चैनल ते नवे आए हो तां चैनल नूं सबसक्राइब भी कर लवो। वाहिगुरू जी का खालसा, वाहिगुरू जी की फतेह।